अस्सलामुअलैकुम वरहमतुल्लाह। नाइन ब्रदर यूट्यूब वालों ਤੁਹਾਨੂੰ ਸਾਰਿਆਂ ਨੂੰ ਮੁਹੱਬਤ ਭਰਾ ਸਲਾਮ। ਨਾਜ਼ਰੀਨ, ਇੱਕ ਇੰਤਹਾਈ ਦਿਲਚਸਪ ਤੁਹਾਨੂੰ ਅੱਜ ਫਿਲਮ ਦਿਖਾਈ ਜਾਏਗੀ। ਅਸੀਂ ਇਹਦਾ ਨਾਮ ਅਗਰ ਰੱਖ ਲਈਏ ਖਤਰੋਂ ਕੇ ਖਿਲਾੜੀ, ਤੇ ਇਹ ਬਿਹਤਰ ਰਹੇਗਾ ਕਿਉਂਕਿ ਇਸ ਫਿਲਮ ਦੇ ਵਿੱਚ ਐਸੇ ਵਾਕਿਆਤ ਨੇ ਕਿ ਜਿਹੜੇ ਤੁਹਾਨੂੰ ਬਹੁਤ ਹੀ ਮਜ਼ਾ ਆਏਗਾ, ਦਿਲਚਸਪੀ ਪੈਦਾ ਹੋਏਗੀ। ਤੇ ਕਿਉਂਕਿ ਨਾइन ब्रदर यूट्यूब चैनल ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਐਸੇ ਗੁਮਨਾਮ ਅਸ਼ਖਾਸ ਨੇ, ਸ਼ਖਸੀਅਤ ਹੈ, ਉਹਨਾਂ ਨੂੰ ਲੱਭਿਆ ਜਾਏ ਔਰ ਉਹਨਾਂ ਕੋਲ ਬਹੁਤ ਸਾਰੇ ਵਾਕਿਆਤ ਹੁੰਦੇ ਨੇ ਜਿਹੜੀ ਸਾਡੀ ਜ਼ਿੰਦਗੀ 'ਚ ਤਬਦੀਲੀ ਪੈਦਾ ਕਰਦੇ ਨੇ। ਅੱਜ ਐਸੇ ਹੀ ਕਿਸੇ ਇੱਕ ਦੋਸਤ ਨੂੰ ਅਸੀਂ ਲੱਭਣੇ ਪਏ ਹਾਂ ਤੇ ਉਹ ਵੀ ਖਤਰਨਾਕ ਖਿਲਾੜੀ ਨੇ। ਉਹਨਾਂ ਨੂੰ ਕਹਿਣਾ ਚਾਹੀਦਾ ਕਿ ਖਤਰੋਂ ਕੇ ਖਿਲਾੜੀ। ਮੈਂ ਉਹਨਾਂ ਨੂੰ ਲੱਭਣਾ ਪਿਆ ਕਿ ਸ਼ਾਇਦ ਕਿਤੇ ਲੱਭ ਹੀ ਜਾਣ ਤੇ ਉਹਨਾਂ ਦਾ ਫਿਰ ਤੁਹਾਨੂੰ ਅਸੀਂ ਇੰਟਰਵਿਊ ਉਹਨਾਂ ਦੇ ਨਾਲ ਜਿਹੜੀ ਗੱਪਸ਼ਪ ਹੋਏਗੀ ਉਹ ਦਿਖਾਉਂਦੇ ਹਾਂ। ਲੋ ਇਹ ਜੀ ਲੱਭ ਗਏ ਜੇ ਮਾਸ਼ਾਅੱਲਾ। ਇਹ ਦੇਖੋ ਕਿੱਥੋਂ ਲੱਭੇ ਨੇ, ਸਾਨੂੰ ਬੜੀ ਮੁਸ਼ਕਲ ਨਾਲ ਇਹਨਾਂ ਦਾ ਲੱਭਿਆ। ਦੇਖੋ ਜੀ ਕੈਸੇ ਤਰੀਕੇ ਦੇ ਨਾਲ ਇਹਨਾਂ ਨੇ ਆਪਣਾ ਸਿਸਟਮ। ਬਸ ਠੀਕ ਹੈ ਜੀ। ਲੋ ਜੀ ਇਹ ਜੀ ਸਾਡੇ ਬਹੁਤ ਹੀ ਪਿਆਰੇ ਨਈਮ ਸਾਹਿਬ, ਇਹਨਾਂ ਦੇ ਨਾਲ ਸਾਡੀ ਅੱਜ ਗੱਪਸ਼ਪ ਹੋਏਗੀ। ਇਹ ਤੁਹਾਨੂੰ ਆਪਣੀ ਜ਼ਿੰਦਗੀ ਦੇ ਜਿਹੜੇ ਇੰਤਹਾਈ ਦਿਲਚਸਪ ਵਾਕਿਆਤ ਨੇ ਉਹਨਾਂ ਦੇ ਬਾਰੇ 'ਚ ਕੁਛ ਦੱਸਣਗੇ ਤੇ ਅਸੀਂ ਇਹਨਾਂ ਕੋਲ ਹੁਣ ਚੱਲਨੇ ਆ, ਇਹਨਾਂ ਦਾ ਤਾਰਫ ਲੈਂਦੇ ਹਾਂ। तो उम्मीद है कि तुहानू इन्हां दियां गल्लां बहुत ही पसंद आउणगियां। हाँ जी, अस्सलाम वालेकुम। वालेकुम सलाम। अपना तारफ करवा देना जी। जी, मेरा नाम नईम अहमद है, वालिद हकीम अहमद। मैं अहमदनगर का रहने वाला जी। रबूए के नाल पिंड है मेरा अहमदनगर। और मैं जर्मनी 93 मैं जर्मनी आया। अपने अब्बा का नाम दसना, वालिद साहब का नाम? फकीर मोहम्मद पहलवान। हाँ जी, पहलवान क्यों कहा गया उन्होंने? ਉਹ ਜੀ ਬਹੁਤ ਅੱਛੀ ਕਬੱਡੀ ਵੀ ਖੇਡਦੇ ਸੀ, ਘੁਲਦੇ ਵੀ ਸੀ ਇੰਡੀਆ ਦੇ ਵਿੱਚ। ਫਿਰ ਇੰਡੀਆ ਪਾਕਿਸਤਾਨ ਬਣਿਆ, ਕੁੰਦਰੀ ਆ ਗਏ, ਇੱਥੇ ਵੀ ਘੁਲਦੇ ਰਹੇ ਔਰ ਇੱਥੇ ਵੀ ਕਬੱਡੀ ਖੇਡਦੇ ਰਹੇ। ਨਾਜ਼ਰੀਨ, ਇਹਨਾਂ ਦੇ ਯਾਦ ਆ ਗਿਆ ਇੱਕ ਵਾਕਿਆ ਕਿ ਸਾਡੇ ਇੱਕ ਦਫਾ ਮਸਜਿਦ ਦੇ ਵਿੱਚ, ਨਮਾਜ਼ ਸੈਂਟਰ ਦੇ ਵਿੱਚ ਮਰਕਜ਼ ਤੋਂ ਇਮਾਮ ਸਾਹਿਬ ਤਸ਼ਰੀਫ ਲਿਆਏ। ਉਹ ਖਿਤਾਬ ਕਰ ਰਹੇ ਸਨ, ਗੱਲਾਂ ਕਰ ਰਹੇ ਸਨ, ਹਦਾਇਤ ਦੇ ਰਹੇ ਸਨ। ਤੇ ਉਹ ਇੱਕਦਮ ਉੱਠੇ ਨੇ ਆਪਣੀ ਕੁਰਸੀ ਤੋਂ ਤੇ ਉਹ ਵਾਕਿਆ ਮੈਨੂੰ ਹਜੇ ਤੱਕ ਨਹੀਂ ਭੁੱਲਿਆ। 20 ਸਾਲ ਹੋ ਗਏ ਨੇ ਕਿ ਇਮਾਮ ਸਾਹਿਬ ਉੱਠੇ ਨੇ ਤੇ ਸਾਰਿਆਂ ਨੂੰ ਪਿੱਛੇ ਇਹਨਾਂ ਦੇ ਵਾਲਿਦ ਸਾਹਿਬ ਫਕੀਰ ਮੁਹੰਮਦ ਪਹਿਲਵਾਨ ਮਸ਼ਹੂਰ ਸਨ, ਉਹ ਉਹਨਾਂ ਦੇ ਕੋਲ ਗਏ ਨੇ, ਉਹਨਾਂ ਨੂੰ ਗਲੇ ਲਗਾਇਆ ਤੇ ਅਸੀਂ ਬੜੇ ਪਰੇਸ਼ਾਨ ਸਾਂ ਕਿ ਇਹ ਕੀ ਵਾਕਿਆ ਹੋ ਗਿਆ, ਸਾਡੇ ਤੇ ਇਲਮ 'ਚ ਨਹੀਂ ਸੀ। ਫਿਰ ਇਮਾਮ ਸਾਹਿਬ ਨੇ ਦੱਸਿਆ ਕਿ ਇਹ ਉਹ ਸ਼ਖਸ ਨੇ, ਇਹ ਉਹ ਪਹਿਲਵਾਨ ਨੇ ਜਿਹੜੇ ਬਰ ਸਗੀਰ ਦੇ ਵਿੱਚ, ਘੋਲ ਦੇ ਵਿੱਚ, ਕਬੱਡੀ ਦੇ ਵਿੱਚ, ਪਹਿਲਵਾਨੀ ਦੇ ਵਿੱਚ ਅੱਲਾ ਦੇ ਫਜ਼ਲ ਕਰਮ ਨਾਲ ਅੱਛੇ ਪਹਿਲਵਾਨ ਗਿਣੇ ਜਾਂਦੇ ਸੀ। ਇਹ ਇਹਨਾਂ ਦੇ ਅੱਬਾ ਦਾ ਤਾਰਫ ਹੈ। ਹਾਂਜੀ, ਹੋਰ ਦੱਸੋ ਕੁਛ। ਨਈਮ ਸਾਹਿਬ ਕਿੰਨੇ ਮਾਸ਼ਾਅੱਲਾ ਭੈਣ ਭਾਈ ਜੇ? ਅਸੀਂ ਜੀ 6 ਭੈਣਾਂ 6 ਭਾਈ ਜੀ। ਹਾਂਜੀ, ਜਰਮਨੀ 'ਚ ਕਿੰਨੇ ਨੇ ਮਾਸ਼ਾਅੱਲਾ? ਜਰਮਨੀ 'ਚ 5 ਸੀ, ਇੱਕ ਵਫਾਤ ਪਾ ਗਿਆ, ਮੇਰੇ ਜੁੜਵਾ ਭਾਈ ਸੀ ਤੇ 4 ਭਾਈ ਇੱਥੇ ਤੇ ਇੱਕ ਪਾਕਿਸਤਾਨ। ਅੱਛਾ, ਤੇ ਸਾਰੀ ਜ਼ਿੰਦਗੀ ਅਹਿਮਦਨਗਰ ਗੁਜ਼ਾਰੀ? ਨਹੀਂ ਜੀ, ਮੈਂ ਅਹਿਮਦਨਗਰ ਪਹਿਲੋਂ 6ਵੀਂ 'ਚੋਂ ਮੈਂ ਛੱਡਿਆ ਜੀ। ਫਿਰ ਮੈਂ ਟਰੈਕਟਰ ਚਲਾਉਣ ਲੱਗ ਗਿਆ ਥੋੜ੍ਹਾ ਬਹੁਤਾ। ਆਪਣਾ ਰਬੂਏ 'ਚ ਮੀਆਂ ਦੀ ਉਹਨਾਂ ਦਾ ਟਰੈਕਟਰ ਚਲਾਉਂਦਾ ਸੀ ਮੈਂ, ਮੀਆਂ ਮੌਜੀ ਦਾ। ਅਤੇ ਉਸ ਤੋਂ ਬਾਅਦ ਫਿਰ ਮੈਂ ਕਰਾਚੀ ਚਲਾ ਗਿਆ। ਮੇਰਾ ਉਸਤਾਦ ਸੀ ਅਹਿਮਦਨਗਰ ਦਾ ਹੀ, ਮੇਰੇ ਪਿੰਡ ਦਾ ਹੀ ਉਸਤਾਦ ਸੀ, ਉਹ ਕਰਾਚੀ ਟਰਾਲਾ ਚਲਾਉਂਦੇ ਸੀ। ਉਹਨਾਂ ਕੋਲ ਮੈਂ 4 ਸਾਲ ਕਲਿੰਡਰੀ ਕੀਤੀ। ਫਿਰ ਮੈਂ ਉਸ ਤੋਂ ਬਾਅਦ ਡਰਾਈਵਰੀ ਸ਼ੁਰੂ ਕੀਤੀ। ਉਹਲੇ ਪਾਕਿਸਤਾਨ ਸਟੀਲ ਮਿਲ ਨਵੀਂ ਬਣਦੀ ਪਈ ਸੀ ਜਦੋਂ ਮੈਂ ਕਲਿੰਡਰੀ ਉੱਥੇ ਸ਼ੁਰੂ ਕੀਤੀ। ਅਤੇ 17-18 ਸਾਲ ਮੈਂ ਡਰਾਈਵਰੀ ਕੀਤੀ ਔਰ ਮੈਂ ਕਰਾਚੀ ਤੋਂ ਪੰਜਾਬ ਚੱਲਦਾ ਰਿਹਾ। ਡਰਾਈਵਰੀ ਦੇ ਵਿੱਚ ਕੋਈ ਐਸਾ ਵਾਕਿਆ, ਕੋਈ ਐਸਾ ਹਾਦਸਾ ਜਿਹੜਾ ਸਾਰੀ ਜ਼ਿੰਦਗੀ ਤੁਹਾਨੂੰ ਹਮੇਸ਼ਾ ਯਾਦ ਰਹੇਗਾ, ਉਹਦੇ ਬਾਰੇ 'ਚ ਕੋਈ ਦੱਸਣਾ ਚਾਹੁੰਦੇ ਜੇ? ਬਿਲਕੁਲ ਜੀ, ਹਾਦਸੇ ਤਾਂ ਬਹੁਤ ਹੈਗੇ, ਲੇਕਿਨ ਇਹ ਬਹੁਤ ਹੀ ਹਾਦਸਾ, ਇੱਕ ਅਨਮੋਲ ਹੀ ਹਾਦਸਾ ਸੀ। ਲੇਕਿਨ ਇਹ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ 17-18 ਸਾਲ 'ਚ ਡਰਾਈਵਰੀ ਕੀਤੀ ਆ, ਮੇਰੇ ਕੋਲੋਂ ਕੋਈ ਐਕਸੀਡੈਂਟ ਨਹੀਂ ਹੋਇਆ। ਇਹ ਰਿਕਾਰਡ ਆ। ਇਕੱਲਾ ਹੀ ਚੱਲਦਾ ਸੀ ਮੈਂ। ਲੇਕਿਨ ਮੈਂ ਗੋਟਕੀ ਤੋਂ ਲੋਡ ਕੀਤਾ ਮਾਲ, ਗੱਠਾਂ ਜਿਹੜੀਆਂ ਮਿਲ ਦੀਆਂ ਗੱਠਾਂ ਹੁੰਦੀਆਂ, ਤੁਹਾਨੂੰ ਪਤਾ 5 ਮਣ ਦੀ ਗੱਠ ਹੁੰਦੀ ਆ। ਕਿੱਡੀ ਵੱਡੀ ਹੱਥ ਨਾਲ ਦੱਸੋਗੇ? ਵਾਹ ਐਡੀ ਉੱਚੀ ਹੁੰਦੀ ਆ ਤੇ ਚੰਗੀ 5 ਮਣ ਦੀ ਗੱਠ ਹੁੰਦੀ ਆ। 200 ਗੱਠਾਂ ਸੀ ਤੇ ਉਹ ਮੈਂ ਲੋਡ ਕੀਤੀਆਂ ਉੱਥੋਂ। ਤੇ ਗੋਟਕੀ ਤੋਂ ਉੱਥੇ ਲਾਗੇ ਲੋਡ ਕਰਕੇ ਮੈਂ ਨਿਕਲਿਆ। ਲਾਗੇ ਇੱਕ ਹੋਟਲ ਸੀ, ਉੱਥੇ ਮੈਂ ਕਲਿੰਡਰ ਨੂੰ ਕਿਹਾ, ਮੈਂ ਕਿਹਾ ਯਾਰ ਤੂੰ ਇਸ ਤਰ੍ਹਾਂ ਕਰ, ਗੱਡੀ ਦਾ ਟਾਇਰ ਸ਼ਾਇਰ ਖੜਕਾ ਕੇ
ਥੋੜੀ ਚਿਰ ਗੱਡੀ ਚਲਾ, ਕੋਈ ਘੰਟਾ ਡੇਢ ਘੰਟਾ, ਮੈਂ ਸਿਰਫ ਘੰਟਾ ਇੱਕ ਮੇਰੀ ਅੱਖ ਲੱਗ ਜਾਣੀ ਹੈ, ਫਿਰ ਤੋੜ-ਤਾੜ ਕਰਾਚੀ ਮੈਂ ਜਾਵਾਂਗਾ ਲੈ ਕੇ। ਉਹ ਮੈਂ ਪਿੱਛੇ ਲੰਮਾ ਪੈ ਗਿਆ। ਉਹਨਾਂ ਚਾਹ ਸ਼ਾਹ ਪੀਤੀ ਹੈ। ਭਾਈ ਮੇਰਾ ਛੋਟਾ ਭਾਈ ਸੀ, ਉਹ ਨਾਲ ਸੀ ਉਹਨਾਂ ਦੇ। ਉਹ ਮੈਂ ਲੰਮਾ ਪੈ ਗਿਆ ਪਿੱਛੇ। ਉਹ ਕਿਤੇ ਭਾਈ ਨੇ ਉਹਨੂੰ ਕਿਹਾ ਕਿ ਤੂੰ ਮੈਨੂੰ ਦੇ ਗੱਡੀ, ਮੈਂ ਚਲਾਉਣਾ। ਤੁਸੀਂ ਆਰਾਮ ਕਰਨ ਵਾਸਤੇ ਉਹਨੇ ਰਵੇ ਟਾਂਗਾ ਚਲਾਇਆ। ਅੱਛਾ, ਭਾਈ ਨੇ ਸਾਰੀ ਜ਼ਿੰਦਗੀ ਰਵੇ 'ਚ ਟਾਂਗਾ ਚਲਾਇਆ। ਹਾਂਜੀ, ਤੇ ਥੋੜਾ ਬਹੁਤਾ ਹੀ ਜਾਣਦਾ ਸੀ ਟਰਾਲਾ ਚਲਾਉਣ ਦਾ। ਤੇ ਉਹਨੇ ਆਖਿਆ ਵੀ ਮੇਰੇ ਉਸਤਾਦ ਦਾ ਭਾਈ ਆ। ਹਾਂਜੀ, ਤੇ ਮੈਂ ਚਲੋ ਦੇ ਦੇਣਾ। ਅੱਛਾ, ਇੱਕ ਉਹਨਾਂ ਨੇ ਤੁਹਾਡੇ ਕੰਡਕਟਰ ਨੇ, ਤੁਸੀਂ ਆਰਾਮ ਕਰਨ ਦੇ ਸੀ ਪਿੱਛੇ, ਤੇ ਉਹ ਤੁਹਾਡੇ ਭਾਈ ਨੂੰ ਜਿਹੜਾ ਟਾਂਗਾ ਚਲਾਉਂਦੇ ਸੀ ਰਵੇ 'ਚ, ਉਹਨਾਂ ਨੇ ਸੋਚਿਆ ਕਿ ਮੈਂ ਇਹਨਾਂ ਨੂੰ ਭਾਈ ਨੇ ਤੇ ਮੈਂ ਇਹਨਾਂ ਨੂੰ ਆਪਣਾ ਟਰਾਲਾ ਦੇ ਦੇਵਾਂ। ਉਹਨਾਂ ਨੇ ਕੀ ਸੋਚਿਆ ਫਿਰ ਕਿ ਵੀ ਇਹ ਚਲੋ ਥੋੜਾ ਬਹੁਤਾ ਚਲਾ ਲੈਂਦੇ ਆ। ਉਹ ਅਜੇ ਕੋਈ ਮੇਰਾ 2-3 ਕਿਲੋਮੀਟਰ ਹੀ ਚੱਲੇ ਹੋਣੇ ਆ। ਸ਼ਾਮ ਦਾ ਟਾਈਮ ਸੀ ਤੇ ਇੱਕਦਮ ਆਵਾਜ਼ ਆਈ। ਮੈਂ ਪਿੱਛੋਂ ਉੱਠਿਆ। ਮੈਂ ਉਹਨਾਂ ਨੂੰ ਕਿਹਾ, ਮੈਂ ਕੀ ਹੋਇਆ? ਉਹ ਕੈਲੰਡਰ ਨੇ ਕਿਹਾ ਜੀ ਇਸ ਤਰ੍ਹਾਂ ਖੋਤੀ ਰੇੜੀ ਜਾਣ ਡਈ ਸੀ, ਉਹਦੇ 'ਚ ਬੰਦੇ ਬੈਠੇ 3-4 ਜਣੇ, ਅੱਗੋਂ ਸੀ ਟਰੱਕ ਆਉਣ ਡਿਆ। ਇਹਨੇ ਟਰੱਕ ਤੋਂ ਡਰਦਿਆਂ ਖੋਤੀ ਰੇੜੀ ਦੇ ਵਿੱਚ ਗੱਡੀ ਮਾਰਤੀ। ਉਹਦੇ 'ਚੋਂ 2 ਬੰਦੇ ਡਿੱਗੇ ਆ, ਉਹ ਟਰਾਲੇ ਦੇ ਪਿਛਲੇ ਟਾਇਰ ਥੱਲੇ ਆ ਗਏ। ਤੇ ਉਹ ਸਮਝੇ ਕਿ ਮੈਂ ਟਾਂਗਾ ਚਲਾਉਣਾ ਪਿਆ। ਹਾਂ, ਉਹ ਸਮਝੇ ਜਿਵੇਂ ਟਾਂਗਾ ਚਲਾਈ ਦਾ ਸਾਰਾ ਮੈਂ ਚਲਾਉਣ ਡਿਆ। ਟਰਾਲਾ ਚੱਲਦਾ ਪਿਆ, ਅੱਗੇ ਖੋਤੀ ਰੇੜੀ ਆਈ। ਹਾਂਜੀ, ਤੇ ਉਹਨੇ ਨੇ ਟਾਂਗਾ ਉੱਤੇ ਚੜਾ ਦਿੱਤਾ। ਉਹਦਾ ਟਾਂਗਾ ਉੱਤੇ ਚੜਾ ਦਿੱਤਾ। ਉਹ ਮੈਂ ਉੱਠਿਆ ਫਟਾਫਟ। ਮੈਂ ਉਹਨੇ ਫਿਰ ਮੈਨੂੰ ਦੱਸਿਆ ਵੀ ਆਹ ਐਸਾ ਹੋ ਗਿਆ। ਮੈਂ ਉਹਨਾਂ ਨੂੰ ਫਿਰ ਪਿੱਛੇ ਕੀਤਾ। ਮੈਂ ਕਿਹਾ ਚੱਲ ਪਿੱਛੇ ਹੋ ਜਾ ਤੂੰ। ਮੈਂ ਫਿਰ ਬਹਿ ਗਿਆ ਸੀਟ ਤੇ। ਮੈਂ ਜਿਹੜੇ ਸੱਖਰ ਦੇ ਕੋਲ ਗਿਆ, ਉੱਥੇ ਨਾਕਾ ਸੀ ਪੁਲਿਸ ਵਾਲਿਆਂ ਦਾ। ਉੱਥੇ ਜਾ ਗੱਡੀ ਖਿਲਾਰਤੀ ਆ। ਪਿੱਛੋਂ ਡਰ ਸਨ ਤੇ ਉਹ ਆਏ ਬੰਦੇ 5-6 ਜਣੇ ਸੀ, ਕੁਹਾੜੀਆਂ ਹੱਥ 'ਚ ਫੜੀਆਂ ਉਹਨਾਂ ਨੇ। ਤੇ ਉਹ ਆ ਗਏ, ਇਹ ਸਾਡਾ ਬੰਦਾ ਇਹ ਮਾਰ ਕੇ ਆਇਆ ਜੀ, ਸਾਡਾ ਬੰਦਾ ਸਾਨੂੰ ਦਿਓ। ਉਹ ਪੁਲਿਸ ਵਾਲਿਆਂ ਨੇ ਕਿਹਾ ਵੀ ਨਹੀਂ, ਹੁਣ ਇਹ ਸਾਡੇ ਅੰਡਰ ਦੇ ਵਿੱਚ ਆ ਗਿਆ, ਇਹ ਹੁਣ ਅਸੀਂ ਤੁਹਾਨੂੰ ਨਹੀਂ ਦੇ ਸਕਦੇ। ਇਹ ਹੁਣ ਥਾਣੇ ਜਾਏਗਾ, ਇਹਦਾ ਉੱਥੇ ਹੋਏਗਾ ਜੋ ਕੁਝ ਹੋਣਾ। ਹੁਣ ਅਸੀਂ ਤੁਹਾਨੂੰ ਨਹੀਂ ਦੇ ਸਕਦੇ, ਤੁਸੀਂ ਜਾਓ ਤੇ ਇਹਦਾ ਥਾਣੇ ਜਾ ਕੇ ਸਾਰਾ ਕੁਝ ਜੋ ਵੀ ਹੋਣਾ ਥਾਣੇ ਹੋਏਗਾ। ਉਹ ਫਿਰ ਮੈਨੂੰ ਰਾਤ ਨੂੰ ਥਾਣੇ ਲੈ ਗਏ। ਰਾਤ ਮੈਂ ਥਾਣੇ 'ਚ ਰਿਹਾ। ਸਵੇਰ ਫਿਰ 11-12 ਵਜੇ ਉਹ ਮਾਲਕ ਆਇਆ। ਜਿਹੜਾ ਟਰਾਲਾ ਸੀ, ਉਹਦਾ ਮਾਮੂ ਉੱਥੇ ਲਾੜਕਾਣੇ ਹੁੰਦੇ ਸੀ। ਪਾਕਿਸਤਾਨ ਚੌਕ ਇੱਕ ਦੁਕਾਨ ਹੁੰਦੀ ਸੀ ਉਹਨੇ। ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਉਹਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ ਤੇ ਬੰਦਾ ਥਾਣੇ ਦੇ ਵਿੱਚ ਆ। ਫਿਰ ਉਹ ਆਇਆ 12-1 ਵਜੇ। ਉਹਨਾਂ ਫਿਰ ਜ਼ਮਾਨਤ ਕਰਾਈ ਮੇਰੀ। ਫਿਰ ਮੈਂ ਸਾਲ ਕੇਸ ਭੁਗਤਿਆ। ਫਿਰ ਮੈਂ ਉਹਦੇ ਮਾਮੇ ਨੇ ਕਿਹਾ ਕਿ ਅਗਰ ਤੂੰ ਹਫ਼ਤੇ ਬਾਅਦ ਆਉਣਾ ਕਿਰਾਇਆ ਲਾ ਕੇ, ਉਦੋਂ 50 ਰੁਪਏ ਕਰਾਚੀ ਤੋਂ ਲਾੜਕਾਣੇ ਦਾ ਹੁੰਦਾ ਸੀ ਕਿਰਾਇਆ, ਤੇ ਤੂੰ ਇੱਥੇ ਮੇਰੇ ਕੋਲ ਰਹਿ, ਇੱਥੇ ਚਲਾ ਟਰੈਕਟਰ ਮੇਰਾ, ਤੇ ਨਾਲੇ ਇੱਥੇ ਤਰੀਕ ਭੁਗਤੀ ਹਫ਼ਤੇ ਬਾਅਦ, ਤੇ ਨਾਲੇ ਕੰਮ ਸ਼ਾਮ ਕਰਿਆ ਕਰ। ਮੈਂ ਚਲੋ ਸਹੀ ਹੈ। ਮੈਂ ਕੋਈ 8-9 ਮਹੀਨੇ ਉਹਨਾਂ ਦਾ ਟਰੈਕਟਰ ਚਲਾਇਆ, ਕੰਮ ਸ਼ਾਮ ਕਰਦਾ ਰਿਹਾ। ਉਹਦਾ ਨਾਲ ਕੇਸ ਕੂਸ ਸੀ ਉਹ ਭੁਗਤਦੇ ਰਹੇ। ਉਹ 2 ਵਾਰੀ ਆਏ ਵੀ ਹੈ ਚੁੱਕਣ ਵਾਸਤੇ ਮੈਨੂੰ। ਉਹਨਾਂ ਨੇ 2 ਵਾਰੀ ਉੱਥੇ ਜਿਹੜੇ ਬੰਦੇ ਰਹਿਣ ਵਾਲੇ ਨਾ, ਉਹਨਾਂ ਹੈ 10-12 ਘਰ। ਤੇ ਉਹ ਮਾਮੇ ਦੇ ਜਿਹੜਾ ਉਹ ਪੁਰਾਣਾ ਜਿਹੜਾ ਉਹਨਾਂ ਦਾ ਕੰਮ ਕਰਨ ਵਾਲਾ ਸੀ, ਉਹਦੀ ਪੋਤੇ ਸਾਰੇ ਇਕੱਠੇ ਹੋਏ ਸੀ। ਕਲੋਨੀ ਜਿਹੀ ਇੱਕ ਛੋਟੀ ਜਿਹੀ ਬਣਾਈ ਸੀ। ਉਹਨਾਂ ਨੂੰ ਉਹ ਪੁੱਛਦੇ ਸੀ ਜਿਹੜਾ ਪਾਕਿਸਤਾਨੀ ਡਰਾਈਵਰ ਆ ਉਹ ਕਿੱਥੇ ਆ। ਉਹਨਾਂ ਨੇ ਇਹੀ ਕਹਿ ਦੇਣਾ ਵੀ ਉਹ ਕਰਾਚੀ ਆ। 2 ਵਾਰੀ ਉਹ ਆਏ ਆ, ਲੇਕਿਨ ਮੈਂ ਹੱਥ ਹੀ ਨਹੀਂ ਚੜਿਆ ਉਹਨਾਂ ਦੇ, ਨਹੀਂ ਤਾਂ ਉਹਨਾਂ ਨੇ ਮੈਨੂੰ ਮਾਰ ਛੱਡਣਾ ਸੀ। ਫਿਰ ਅੱਲਾ ਕੀਤਾ। ਫਿਰ ਉਸਨੇ ਸ਼ਾਹ ਸ਼ੂ ਜਿਹੜੇ ਹੁੰਦੇ ਨੇ ਉੱਥੇ ਇਕੱਠੇ ਹੋਏ, ਉਹਨਾਂ ਨੂੰ ਇਕੱਠਿਆਂ ਕੀਤਾ। ਉਹਨਾਂ ਨੂੰ ਕਿਹਾ ਵੀ ਆਹ ਕੇਸ ਆ, ਇਹ ਖ਼ਤਮ ਕਰਾਓ। ਫਿਰ ਕਰਦਿਆਂ ਸੀ 2 ਲੱਖ ਕੇ ਪੌਣੇ 2 ਲੱਖ ਰੁਪਈਆ ਉਹਨਾਂ ਨੂੰ ਦਿੱਤਾ। ਫਿਰ ਉਹ ਜਿਹੜਾ ਜੱਜ ਸੀ, ਉਹਨਾਂ ਨੇ ਮੈਨੂੰ ਵਿੱਚ ਖਿਲਾਰਿਆ, ਬੰਦੇ 10-12 ਖਿਲਾਰ ਕੇ ਵਿੱਚ ਖਿਲਾਰ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਉਹ ਬੰਦਾ ਪਛਾਣੋ ਜਿਹਨੇ ਤੁਹਾਡਾ ਬੰਦਾ ਮਾਰਿਆ, ਕਿਉਂਕਿ ਉਹਨਾਂ ਨੂੰ ਵੀ ਪੈਸੇ ਦਿੱਤੇ ਸੀ, ਜੱਜ ਨੂੰ ਵੀ ਦਿੱਤੇ ਸੀ। ਉਹਨਾਂ ਨੇ ਕਿਹਾ ਨਹੀਂ ਜੀ, ਇਹਨਾਂ 'ਚ ਸਾਡਾ ਬੰਦਾ ਕੋਈ ਨਹੀਂ। ਇਸ ਤਰੀਕੇ ਨਾਲ ਮੇਰਾ ਕੇਸ ਖਤਮ ਹੋਇਆ। ਅੱਛਾ ਜੀ, ਤੇ ਤੁਸੀਂ ਦੱਸਿਆ ਕਿ ਇੱਕ ਹਾਦਸਾ ਹੋਇਆ ਤੇ ਤੁਹਾਡੇ ਭਾਈ ਸਾਹਿਬ ਸੀ, ਉਹ ਰੱਵੇ ਟਾਂਗਾ ਚਲਾਉਂਦੇ ਸੀ, ਤੇ ਉਹ ਟਾਂਗਾ ਚਲਾਉਂਦੇ ਟਰਾਲੇ ਤੇ ਬਹਿ ਗਏ ਪਾਕਿਸਤਾਨ ਦੇ ਵਿੱਚ। ਤੇ ਉਹਨਾਂ ਕੋਲ ਲਾਇਸੈਂਸ ਹੈ ਸੀ ਉਸ ਟਾਈਮ ਕਿ ਨਹੀਂ ਜੀ? ਨਹੀਂ, ਲਾਇਸੈਂਸ ਕੋਈ ਨਹੀਂ ਸੀ। ਲਾਇਸੈਂਸ ਤੋਂ ਬਗੈਰ ਹੀ ਉਹਨਾਂ ਨੇ ਟਾਂਗਾ ਐਸਾ ਚਲਾਇਆ ਕਿ 2 ਬੰਦੇ ਜਿਹਨਾਂ ਨੇ ਥੱਲੇ ਦੇ ਦਿੱਤੇ ਨੇ। ਤੇ ਫਿਰ ਇਹ ਤੇ ਤੁਹਾਡੀ ਜਾਨ ਛੁੱਟ ਗਈ। ਉਸ ਤੋਂ ਬਾਅਦ ਤੁਸੀਂ ਕੋਈ ਕੰਡਕਟਰੀ ਕੀਤੀ ਹੈ ਕਦੀ ਬੱਸ ਤੇ, ਕਿ ਜਾਂ ਵੈਸੇ ਸਿੱਧਾ ਹੀ ਡਾਇਰੈਕਟ ਹਵਾਲਦਾਰ ਡਾਇਰੈਕਟ ਡਰਾਈਵਰ ਬਣ ਗਏ? ਮੈਂ ਡਾਇਰੈਕਟ ਹੀ ਆਪਣਾ ਕੰਡਕਟਰੀ ਕੀਤੀ ਕਿਸ ਤਰ੍ਹਾਂ? ਇਹ ਟਰਾਲੇ ਤੇ ਕੰਡਕਟਰੀ ਕੀਤੀ ਆ। ਬਾਕੀ ਬੱਸ ਤੇ ਜਿਹੜੀ ਆ ਨਾ, ਉਹ ਮੈਂ ਡਾਇਰੈਕਟ ਡਰਾਈਵਰੀ ਕੀਤੀ ਆ। ਫੈਸਲਾਬਾਦ ਤੋਂ ਸਰਗੋਦਾ ਪੱਕਾ ਟਾਈਮ ਹੁੰਦਾ ਸੀ, ਸੁਬਾਹ 5 ਵਜੇ ਦਾ। 2 ਚੱਕਰ ਲਾਈਦੇ ਸੀ। ਮੈਂ ਸਾਲ ਚਲਾਈ ਆ।
ਉਸ ਤੋਂ ਬਾਅਦ ਫਿਰ ਕੋਰੀਅਨ ਜਿਹੜਾ ਇਹ ਕੰਮ ਸ਼ੁਰੂ ਹੋਇਆ। ਕੋਰੀਅਨ ਦੇ ਵਿੱਚ 2 ਸਾਲ ਗੱਡੀ ਚਲਾਈ, ਉਹਦੇ ਵਿੱਚ ਚਲਾਉਂਦਿਆਂ ਫਿਰ 93 ਵਿੱਚ ਮੈਂ ਇੱਥੇ ਜਰਮਨ ਆ ਗਿਆ। ਤੇ ਆਉਣ ਦਾ ਕਿਸ ਤਰ੍ਹਾਂ ਵਾਕਿਆ ਤੁਹਾਡਾ ਕੋਈ ਦੱਸੋ ਕਿ ਕਿਸ ਤਰ੍ਹਾਂ ਤੁਹਾਡਾ ਬਣ ਗਿਆ ਪ੍ਰੋਗਰਾਮ ਇੱਕਦਮ? ਉਹ ਇੱਕਦਮ ਹੀ ਸਾਡੇ ਇੱਕ ਗੁਆਂਢੀ ਸੀ, ਉਹਨਾਂ ਨੇ ਕਿਹਾ ਵੀ ਜੇ ਕਿਸੇ ਜਰਮਨ ਜਾਣਾ ਹੈ ਸਾਨੂੰ ਦੱਸੋ। ਉਹਨਾਂ ਨੂੰ ਅਸੀਂ ਕਿਹਾ ਵੀ ਠੀਕ ਹੈ ਜਾਣਾ, ਕਿਉਂਕਿ ਭਾਈ ਮੇਰਾ ਇੱਥੇ ਜਰਮਨ ਹੁੰਦਾ ਸੀ, ਵੱਡਾ ਭਾਈ। ਉਹਨਾਂ ਨਾਲ ਗੱਲ ਕੀਤੀ, ਉਹਨਾਂ ਕਿਹਾ ਠੀਕ ਹੈ ਜੇ ਇੱਥੇ ਆ ਜਾਵੇ ਤੇ ਜੇ ਆ ਸਕਦੇ ਹੋ ਤੇ ਆ ਜਾ। ਫਿਰ ਉਹ ਮੈਂ ਗੱਲ ਕੀਤੀ, ਮੈਂ ਕਿਹਾ ਅਸੀਂ ਜਾਣਾ ਹੈ ਬੱਚਿਆਂ ਨਾਲ। ਮੇਰਾ ਇੱਕ ਬੇਟਾ ਸੀ ਤੇ ਮੀਆਂ ਬੀਵੀ ਸੀ, ਅਸੀਂ 3 ਜਣੇ ਸੀ। ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਸਾਡਾ ਹਫਤੇ 'ਚ ਟਾਈਮ, ਉਹਨੇ ਕਿਹਾ ਹਫਤੇ ਦੇ ਅੰਦਰ ਅੰਦਰ ਹੋ ਜਾਏਗਾ। ਤੇ ਫਿਰ ਮੈਂ ਕੰਮ ਕਰਨ ਡਿਆ ਸੀ ਕੋਰੀਆ ਦੇ ਵਿੱਚ। ਜਦੋਂ ਮੈਨੂੰ ਅੱਡੇ ਦੇ ਉੱਤੇ ਭਾਈ ਮੇਰਾ ਖਲੋਤਾ ਸੀ, ਉਹਨੇ ਕਿਹਾ ਵੀ ਤੇਰਾ ਕੰਮ ਹੋ ਗਿਆ, ਸਵੇਰੇ ਤੁਸੀਂ ਕਰਾਚੀ ਜਾਣਾ, ਤੁਹਾਡੀ ਰਾਤ ਨੂੰ ਫਲੈਟ ਆ। ਬਸ ਰਾਤੋਂ ਰਾਤ ਹੀ ਉਹ ਗੱਡੀ ਮੈਂ ਉੱਥੋਂ ਵਾਪਸ ਮੋੜੀ, ਉੱਥੇ ਕੋਰੀਆ ਛੱਡੀ ਜਾ ਕੇ। ਉਹਨਾਂ ਨੇ ਕਿਹਾ ਮੈਂ ਜਰਮਨ ਚੱਲਣਾ, ਆ ਤੁਹਾਡਾ ਸਮਾਨ ਜਾਂ ਜੋ ਕੁਝ ਵੀ ਹੈ। ਅਜੇ ਤਨਖਾਹ ਵੀ ਨਹੀਂ ਮੈਂ ਲਈ ਉਹਨਾਂ ਕੋਲ, 15-20 ਦਿਨ ਦੀ ਤਨਖਾਹ ਵੀ ਕੋਈ ਨਹੀਂ ਲਈ। ਤੇ ਕਰਾਚੀ ਆਇਆ, ਰਾਤ ਨੂੰ ਸਾਡੀ ਫਲੈਟ ਸੀ ਤੇ ਡਾਇਰੈਕਟ ਅਸੀਂ ਇੱਥੇ ਆਏ, ਦੁਬਈਓਂ ਡਾਇਰੈਕਟ ਇੱਥੇ ਫਰਾਂਕਫਰਟ 에ਅਰਪੋਰਟ 'ਚ। ਇੱਥੇ ਫਿਰ ਕੇਸ ਕੀਤਾ ਅੰਦਰ ਤੇ 93 'ਚ ਤੁਹਾਨੂੰ ਪਤਾ ਫਿਰ ਕਿੰਨੀ ਦੁਨੀਆ ਸੀ। ਤੇ ਹੁਣ ਮੇਰਾ ਕੇਸ ਵੀ ਪਾਸ ਹੋ ਗਿਆ ਮਾਸ਼ਾਅੱਲਾ। ਬੱਚੇ ਜਵਾਨ ਹੋ ਗਏ ਆ, ਸ਼ਾਦੀशुदा ਹੋ ਗਿਆ, ਨਾਨਾ ਵੀ ਬਣ ਗਿਆ, ਦਾਦਾ ਵੀ ਬਣ ਗਿਆ। ਤੇ ਅੱਲਾ ਦਾ ਸ਼ੁਕਰ ਹੈ ਕਿ ਪਾਕਿਸਤਾਨ ਠੀਕ ਹੈ। ਗਰੀਬੀ ਵੇਖੀ ਆ, ਪਾਕਿਸਤਾਨ 'ਚ ਗਰੀਬੀ ਹੈ ਸੀ, ਲੇਕਿਨ ਉਹ ਯਾਦ ਹਜੇ ਤੱਕ ਅਸੀਂ ਰੱਖੀ ਹੈ। ਇਹ ਨਹੀਂ ਕਿ ਇੱਥੇ ਅੱਲਾਹ ਤਾਲਾ ਨੇ ਦੇਤਾ ਜੀ, ਉਹ ਪਿੱਛੇ ਕੀ ਸੀ ਕੀ ਨਹੀਂ, ਉਹ ਹਜੇ ਤੱਕ ਇਨਸ਼ਾਅੱਲਾ ਮਰਦੇ ਦਮ ਤੱਕ ਉਹ ਸਾਨੂੰ ਯਾਦ ਰਹੇਗਾ। ਸਾਡੇ ਮੇਰੀ ਵਾਲਦਾ ਵੀ ਇੱਥੇ ਫੌਤ ਹੋਏ, ਮੇਰਾ ਭਾਈ ਵੀ ਇੱਥੇ ਫੌਤ ਹੋਏ, ਅੱਬਾ ਜੀ ਵੀ ਇੱਥੇ ਫੌਤ ਹੋਏ, ਉਹਨਾਂ ਦੇ ਤਿੰਨਾਂ ਦੀ ਇੱਥੇ ਕਬਰ ਹੈ। ਤੇ ਬਾਕੀ ਅੱਲਾਹ ਤਾਲਾ ਦਾ ਸ਼ੁਕਰ ਹੈ, ਜਿੰਨਾ ਵੀ ਸ਼ੁਕਰ ਕਰੋ ਓਨਾ ਹੀ ਥੋੜਾ। ਕੋਈ ਹੋਰ ਅਮਾਨ ਫਰੋਜ਼, ਕੋਈ ਐਸਾ ਵਾਕਿਆ, ਕੋਈ ਐਸਾ ਹਾਦਸਾ ਜਿਹੜਾ ਤੁਸੀਂ 9 ਬ੍ਰਦਰ YouTube ਵਾਲਿਆਂ ਨੂੰ ਦੱਸਣਾ ਚਾਹੁੰਦੇ ਜੇ? ਇੱਕ ਹੋਰ ਥੋੜਾ ਜਿਹਾ ਛੋਟਾ ਜਿਹਾ ਵਾਕਿਆ ਕਿ ਮੈਂ ਇਹੀ ਸੂਤਰ ਲੋਡ ਕੀਤਾ ਸੀ, ਗੱਠਾਂ ਲੋਡ ਕੀਤੀਆਂ ਸੀ ਤੇ ਚੜ੍ਹਾਈ ਚੜ੍ਹ ਰਿਹਾ ਸੀ। ਸਿੰਗਲ ਰੋਡ ਆ, ਤੁਹਾਨੂੰ ਪਤਾ ਉਸ ਜ਼ਮਾਨੇ ਸਿੰਗਲ ਰੋਡ ਹੁੰਦੇ ਸੀ, ਡਬਲ ਤੇ ਬਹੁਤ ਘੱਟ ਹੁੰਦੇ ਸੀ। ਤੇ ਸਿੰਗਲ ਰੋਡ ਸੀ ਤੇ ਉੱਥੇ ਚੜ੍ਹਾਈ ਮੈਂ ਚੜ੍ਹਨ ਡਿਆ, ਉੱਥੋਂ ਟਰੱਕ 2 ਖਾਲੀ ਸੀ, ਉਹ ਲੋਡ ਨਹੀਂ ਸੀ, ਖਾਲੀ ਸੀ, ਉਹ ਉਤਰਨ ਡਏ ਸੀ। ਉਹ ਜਿਵੇਂ ਹੁਣ ਮੈਂ ਤੇ ਥੱਲੇ ਲਾ ਨਹੀਂ ਸਕਦਾ ਸੀ ਕਿਉਂਕਿ ਗੱਠਾਂ ਸੀ, 200 ਗੱਠ ਸੀ। ਉਹਨਾਂ ਨੇ ਥੋੜ੍ਹਾ ਜਿਹਾ ਮੈਨੂੰ ਝਾਕਾ ਦਿੱਤਾ, ਲੇਕਿਨ ਮੈਂ ਆਪਣੀ ਗੱਡੀ ਅੱਗੋਂ ਬਚਾ ਲਈ। ਪਿੱਛੋਂ ਟਰਾਲੇ ਦੀ ਗੋਠ ਜਿਹੜੀ ਹੈ ਨਾ, ਉਹ ਲੱਗੀ ਟਰੱਕ ਨੂੰ। ਉਹਨਾਂ ਨੇ, ਮੈਨੂੰ ਨਹੀਂ ਪਤਾ ਵੀ ਉਹ ਕਿੱਥੋਂ ਮੁੜੇ ਆ, ਉਹ ਵਾਪਸ ਆਏ ਆ। ਚੜ੍ਹਾਈ ਮੈਂ ਉਹਨਾਂ ਚਿਰ ਚੜ੍ਹ ਗਿਆ ਸੀ ਤੇ ਪਿੱਛੋਂ ਉਹਨਾਂ ਨੇ ਮੈਨੂੰ ਲਾਈਟਾਂ ਦਿੱਤੀਆਂ। ਮੈਂ ਗੱਡੀ ਖਿਲਾਰੀ, ਮੈਂ ਖਿਲਾ ਵੀ ਅੱਗ ਲੱਗ ਗਈ ਜਿਹੜੀ ਮੈਨੂੰ ਲਾਈਟਾਂ ਦੇਣ ਡਏ ਆ। ਮੈਂ ਗੱਡੀ ਖਿਲਾਰ ਕੇ ਮੈਂ, ਉਹਨਾਂ ਨੇ ਅੱਗੇ ਜਾ ਕੇ ਇੱਕ 300-400 ਮੀਟਰ ਤੱਕ ਜਾ ਗੱਡੀ ਖਿਲਾਰੀ, ਦੋਵੇਂ ਗੱਡੀਆਂ ਖਿਲਾਰੀਆਂ ਤੇ ਮੇਰੇ ਲਾ ਗਏ। ਤੇ ਮੈਨੂੰ ਕਹਿਣ ਲੱਗੇ, ਮੈਂ ਉਦੋਂ ਟਰਾਲਾ ਵੇਖਣ ਡਿਆ ਸੀ ਵੀ ਕਿਤੇ ਅੱਗ ਤਾਂ ਨਹੀਂ ਲੱਗੀ। ਉਹ ਆਇਆ ਮੇਰੇ ਕੋਲ, ਉਹ ਕਹਿਣ ਲੱਗੇ ਵੀ ਸਾਡੀ ਗੱਡੀ ਤੂੰ ਤੋੜਤੀ ਆ ਤੇ ਆ ਵੇਖ ਆ ਕੇ ਉਹ ਗੱਡੀ ਦਾ ਕੀ ਹਾਲ ਕੀਤਾ। ਨਾਜ਼ਰੀਨ, ਇਹਨਾਂ ਦੇ ਅਸੀਂ ਦੂਸਰੇ ਪਾਰਟ 'ਚ ਬਾਕੀ ਜੋ ਵਾਕਿਆ ਸੁਣਾਂਗੇ ਤੇ ਜੁੜੇ ਰਹੋ 9 ਬ੍ਰਦਰਜ਼ ਨਾਲ। ਤੇ ਫਿਰ ਜਿਹੜੇ 1-2 ਵਾਕਿਆਤ ਹੋਰ ਨੇ ਤੇ ਉਹ ਇਹਨਾਂ ਕੋਲੋਂ ਦੂਸਰੇ ਪਾਰਟ ਦੇ ਵਿੱਚ ਪਤਾ ਕਰਾਂਗੇ। ਤੇ ਉਹਨਾਂ ਤੱਕ ਖੁਦਾ ਹਾਫਿਜ਼, ਅਸਲਾਮ ਅਲੈਕੁਮ ਰਹਿਮਤੁल्लाह।